ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ 9ਵੇਂ ਦੇ 8ਵੇਂ ਸ਼ਬਦ ਦੀ ਵਾਰੀ ਹੈ ਜੀ। ਮਨ ਰੇ ਕਹਾਂ ਪਇਓ ਤੈ ਬੌਰਾ, ਅਹਨਸ ਔਦ ਘਟੇ ਨਹੀਂ ਜਾਣੇ, ਪਇਓ ਲੋਭ ਸੰਗ ਹਉਰਾ ਰਹਾਓ। ਮਨ ਰੇ ਕਹਾਂ ਪਇਓ ਤੈ ਬੌਰਾ, ਅਹਨਸ ਔਦ ਘਟੇ ਨਹੀਂ ਜਾਣੇ, ਪਇਓ ਲੋਭ ਸੰਗ ਹਉਰਾ ਰਹਾਓ। ਜੋ ਤਨ ਤੈ ਆਪਣੇ ਕਰਮ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ, ਇਨਮੈਂ ਕੁਛ ਤੇਰੇ ਰਹਿ ਨਾਹਨ, ਦੇਖੋ ਸੋਚ ਵਿਚਾਰੀ। ਰਤਨ ਜਨਮ ਆਪਣੋ ਤੇ ਹਾਰਿਓ, ਗੋਬਿੰਦ ਗਤ ਨਹੀਂ ਜਾਨੀ, ਨਿਮਖ ਨਾ ਲੀਨ ਪਇਓ ਚਰਨਨ ਸਿਓ, ਬਿਰਥਾ ਔਦ ਸਿਰਾਨੀ। ਕਉ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੈ, ਔਰ ਸਗਲ ਜਗ ਮਾਇਆ ਮੋਇਆ, ਨਿਰਭੈ ਪਦ ਨਹੀਂ ਪਾਵੈ। ਕਉ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੈ, ਔਰ ਸਗਲ ਜਗ ਮਾਇਆ ਮੋਇਆ, ਨਿਰਭੈ ਪਦ ਨਹੀਂ ਪਾਵੈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਹੇ ਮਨ, ਤੂੰ ਕਿਸ ਲਈ ਬੌਰਾ ਭਾਵ ਬੁਖਲਾਇਆ ਹੋਇਆ ਕਮਲਾ ਪਾਗਲ ਹੋ ਗਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤੂੰ ਇਹ ਨਹੀਂ ਜਾਣੇ ਭਾਵ ਜਾਣਦਾ ਨਹੀਂ ਕਿ ਦਿਨ ਰਾਤ ਭਾਵ ਹਰ ਰੋਜ਼ ਅਹਨਸ ਔਦ ਘਟੇ ਨਹੀਂ ਜਾਣੇ, ਪਇਓ ਲੋਭ ਸੰਗ ਹਉਰਾ, ਭਾਵ ਹਰ ਰੋਜ਼ ਤੇਰੀ ਉਮਰ ਘਟ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਤੂੰ ਲੋਭ ਲਾਲਚ ਵਿੱਚ ਫਸ ਕੇ ਆਪਣੇ ਆਪ ਨੂੰ ਹੌਲਿਆਂ ਕਰ ਲਿਆ ਹੈ ਜੀ। ਭਾਵ ਆਪਣੇ ਆਪ ਨੂੰ ਇਸ ਕੀਮਤੀ ਜਨਮ ਨੂੰ ਉਸ ਤਰ੍ਹਾਂ ਹੀ ਗਵਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮਨ, ਜੋ ਤਨ ਭਾਵ ਜੋ ਤੇਰਾ ਸਰੀਰ ਹੈ ਫਿਰ ਅਤੇ ਘਰ ਹੈ। ਫਿਰ ਗੁਰੂ ਜੀ ਕਹਿੰਦੇ ਹਨ ਸੁੰਦਰ ਗ੍ਰਹਿ ਨਾਰੀ ਭਾਵ ਅਤੇ ਸੁੰਦਰ ਇਸਤਰੀ ਨੂੰ ਤੂੰ ਆਪਣਾ ਕਰਕੇ ਮੰਨੀ ਬੈਠਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹਨਾਂ ਵਿੱਚੋਂ ਕੋਈ ਵੀ ਤੇਰਾ ਆਪਣਾ ਨਹੀਂ ਹੈ ਜੀ, ਭਾਵ ਇਹ ਸਥਿਰ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹਿਰਦੇ ਵਿੱਚ ਵੀ ਤੂੰ ਇਹ ਕਦੀ ਗੱਲ ਸੋਚ ਵਿਚਾਰ ਕੇ ਨਹੀਂ ਵੇਖੀ ਜੀ ਕਿ ਇਹ ਮੇਰਾ ਘਰ, ਮੇਰੀ ਸੁੰਦਰ ਇਸਤਰੀ, ਇਹ ਸਭ ਮੋਹ ਮਾਇਆ ਦੇ ਪਕੜ ਹੈ ਜੀ, ਲਾਲਚ ਹੈ ਜੀ, ਅਤੇ ਆਪਣੇ ਅਸਲ ਮੂਲ ਨੂੰ ਕਦੀ ਨਹੀਂ ਪਛਾਣਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹੋ ਜਿਹੇ ਭੁਲੇਖਿਆਂ ਵਿੱਚ ਪੈ ਕੇ ਇਹ ਮਨ ਤੂੰ ਆਪਣਾ ਰਤਨ ਵਰਗਾ ਮਨੁੱਖਾ ਜਨਮ ਆਪਣੇ ਆਪ ਤੋਂ ਹਾਰਿਓ। ਹਉਰਾ ਭਾਵ ਆਪਣੇ ਆਪ ਤੋਂ ਹੀ ਤੂੰ ਹਾਰ ਗਿਆ ਹੈ ਜੀ, ਆਪਣਾ ਸਮਝ ਕੇ ਕਿ ਇਹ ਮੇਰਾ ਜੀਵਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਮੋਹ ਮਾਇਆ ਵਿੱਚ ਫਸ ਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਗੋਬਿੰਦ ਦੀ ਗਦੀ ਅਵਸਥਾ ਨੂੰ ਤੂੰ ਨਹੀਂ ਜਾਣਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤੂੰ ਇੱਕ ਨਿਮਕ ਭਰ ਲਈ ਵੀ, ਨਿਮਕ ਭਾਵ ਇੱਕ ਪਲ ਲਈ ਵੀ ਪਰਮੇਸ਼ਰ ਗੋਬਿੰਦ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਚਰਨਾਂ ਵਿੱਚ ਲੀਨ ਨਹੀਂ ਹੋਇਆ ਜੀ। ਭਾਵ ਜਿਸ ਨੇ ਇਹ ਸਰੀਰ, ਇਹ ਮਨ, ਹਿਰਦਾ ਤੈਨੂੰ ਦਿੱਤਾ ਹੈ ਜੀ ਔਰ ਇਹ ਪਰਿਵਾਰ ਦਿੱਤਾ ਹੈ ਜੀ, ਤੂੰ ਆਪਣੇ ਦਿਲ ਮਨ ਵਿੱਚ ਕਦੀ ਸੋਚ ਕੇ ਉਸ ਪਰਮੇਸ਼ਰ ਦੇ ਨਾਲ ਨਹੀਂ ਜੁੜਿਆ ਜੀ ਕਿ ਇਹ ਸਭ ਕੁਛ ਉਸਦਾ ਦਿੱਤਾ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਇਸੇ ਤਰ੍ਹਾਂ ਹੀ ਤੇਰੀ ਸਾਰੀ ਉਮਰ ਵਿਅਰਥ ਬਤੀਤ ਹੋ ਗਈ ਹੈ ਜੀ, ਗੁਜ਼ਰੀ ਜਾ ਰਹੀ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਕਿ ਕੇਵਲ ਅਤੇ ਕੇਵਲ ਉਹੀ ਜੀਵ ਗੁਰਮੁਖ ਸੁਖੀ ਹਨ ਜੀ। ਫਿਰ ਗੁਰੂ ਜੀ ਕਹਿੰਦੇ ਜਿਹੜੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਰਾਮ ਦੇ ਗੁਣ ਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਸਾਰਾ ਸੰਸਾਰ ਮੋਹ ਮਾਇਆ ਵਿੱਚ ਫਸਿਆ ਹੋਇਆ ਹੈ ਜੀ, ਮੋਹਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਕਰਕੇ ਇਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਨਿਰਭੈ ਪਦਵੀ ਨੂੰ ਨਹੀਂ ਪਾ ਸਕਦਾ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਾਡੇ ਭਟਕੇ ਹੋਏ ਭਾਵ ਬੋਰੇ ਮਨ ਨੂੰ ਦੱਸਦੇ ਹਨ ਜੀ ਕਿ ਹੇ ਮਨ, ਜਿਨ੍ਹਾਂ ਮੋਹ ਮਾਇਆ ਵਸਤੂਆਂ ਨੂੰ ਤੂੰ ਆਪਣੀਆਂ ਮੰਨੀ ਬੈਠਾ ਹੈ, ਫਿਰ ਗੁਰੂ ਜੀ ਕਹਿੰਦੇ ਨੇ ਉਹ ਤੇਰੀਆਂ ਨਹੀਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇੱਥੋਂ ਤੱਕ ਕਿ ਇਹ ਸਰੀਰ ਵੀ ਤੇਰਾ ਆਪਣਾ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਤੂੰ ਮੋਹ ਮਾਇਆ ਦੀ ਗੂੜੀ ਨੀਂਦਰ ਵਿੱਚ ਇੰਨਾ ਸੁੱਤਾ ਪਿਆ ਹੈ, ਇੰਨਾ ਖੁੱਭਿਆ ਹੋਇਆ ਹੈ ਜੀ ਕਿ ਤੂੰ ਇਹ ਨਹੀਂ ਸਮਝਦਾ ਕਿ ਇਹ ਦਾਤ, ਇਹ ਸਰੀਰ, ਇਹ ਘਰ-ਬਾਰ, ਇਹ ਸਾਰਾ ਕੁਛ ਉਸ ਪਰਮੇਸ਼ਰ ਦੀ ਦਾਤ ਹੈ ਜੀ, ਉਸ ਦਾ ਦਿੱਤਾ ਹੋਇਆ ਹੈ ਜੀ, ਇਹ ਰਤਨ ਵਰਗਾ ਜਨਮ। ਫਿਰ ਗੁਰੂ ਜੀ ਕਹਿੰਦੇ ਹਨ ਭਾਵ ਵਿਕਾਰਾਂ ਵਿੱਚ ਫਸਿਆ ਹੋਇਆ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਚਰਨਾਂ ਵਿੱਚ ਤੂੰ ਕਦੀ ਲੀਨ ਨਹੀਂ ਹੋਇਆ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਸਲ ਵਿੱਚ ਮੋਹ ਮਾਇਆ ਦੇ ਲੋਭ ਲਾਲਚ ਨੇ ਮਨੁੱਖ ਨੂੰ ਝੱਲਿਆ, ਕਮਲਿਆ, ਪਾਗਲ ਭਟਕਾਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੋਹ ਮਾਇਆ ਦੇ ਲੋਭ ਵਿੱਚ ਅੰਨਾ ਹੋਇਆ ਮਨੁੱਖ ਆਪਣੀ ਸੁੱਧ ਬੁੱਧ ਹੋਸ਼ ਹਵਾਸ ਖੋ ਬੈਠਦਾ ਹੈ ਜੀ। ਭਾਵ ਮੋਹ ਮਾਇਆ ਵਿੱਚ ਮਨੁੱਖ ਫਸ ਜਾਂਦਾ ਹੈ ਜੀ ਕਿ ਉਸ ਨੂੰ ਇਹ ਸੋਝੀ ਨਹੀਂ ਰਹਿੰਦੀ ਜੀ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਅਸਲ ਕੀ ਹੈ ਔਰ ਅਸਲ ਕੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਆਪ ਨੂੰ ਆਪਾ ਪਛਾਨਣਾ ਤੇ ਆਪਣਤ ਭਾਵ ਹੰਕਾਰ ਨੂੰ ਛੱਡਣ ਦੀ ਲੋੜ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੁਖੀ ਗੁਰਮੁਖਾਂ ਦੀ ਇਹੋ ਨਿਸ਼ਾਨੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਸਦਾ ਪਰਮੇਸ਼ਰ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਗਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕੇਵਲ ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਗਾਉਣ ਅਤੇ ਮਾਇਆ ਮੋਹ ਤੋਂ ਉੱਠਣ ਵਾਲੇ ਗੁਰਮੁਖੀ ਨਿਰਭੈ ਪਦ ਨੂੰ ਪ੍ਰਾਪਤ ਕਰ ਸਕਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੋਹ ਮਾਇਆ ਦੀ ਮੁਕਤੀ ਮਨੁੱਖ ਕੋਲੋਂ ਦੂਰ ਨਹੀਂ ਹੈ ਜੀ। ਭਾਵ ਮਾਇਆਵੀ ਵਿਕਾਰ ਅਤੇ ਕਾਬੂ ਪਾਉਣਾ ਉਹ ਕੋਈ ਦੂਰ ਨਹੀਂ ਹੈ ਜੀ। ਪਰ ਮੋਹ ਮਾਇਆ ਲਾਲਚ ਇਸ ਨੂੰ ਮੁਕਤੀ ਦੇ ਨੇੜੇ ਨਹੀਂ ਲੱਗਣ ਦਿੰਦਾ ਜੀ। ਭਾਵ ਕਿ ਮੋਹ ਮਾਇਆਵੀ ਵਿਕਾਰਾਂ ਨੂੰ ਕਾਬੂ ਕਰਨਾ ਕੋਈ ਦੂਰ ਨਹੀਂ ਹੈ ਜੀ, ਉਹ ਤੁਹਾਡੇ ਅੰਦਰ ਹੀ ਹੈ ਜੀ, ਨੇੜੇ ਹੀ ਹੈ ਜੀ। ਪਰ ਮੋਹ ਮਾਇਆ ਦੇ ਵਿੱਚ ਅਸੀਂ ਇੰਨੇ ਫਸੇ ਹੋਏ ਹਾਂ ਜੀ ਕਿ ਸਾਨੂੰ ਉਸ ਚੀਜ਼ ਦੀ ਸੋਝੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕੇਵਲ ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਮੋਹ ਮਾਇਆ ਦੇ ਵਿਕਾਰਾਂ ਨੂੰ ਕਾਬੂ ਵਿੱਚ ਪਾ ਕੇ ਤੇ ਫਿਰ ਪਰਮੇਸ਼ਰ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਗੁਣ ਗਾ ਸਕਦੇ ਹਾਂ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ ਕਉ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੇ,
ਕਉ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੇ। ਔਰ ਸਗਲ ਜਗ ਮਾਇਆ ਮੋਇਆ, ਨਿਰਭੈ ਭਦ ਨਹੀਂ ਪਾਵੇ। ਔਰ ਸਗਲ ਜਗ ਮਾਇਆ ਮੋਇਆ, ਨਿਰਭੈ ਪਦ ਨਹੀਂ ਪਾਵੇ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।